ਸਤਿਗੁਰੂ ਕਹਿੰਦੇ ਹੈ ਜਦੋਂ ਸਾਰਿਆਂ ਦਾ ਦਾਤਾ ਨਾਮ ਹੈ, ਰਾਮ ਦਾ ਫਿਰ ਲਵੇ ਹੋਇਆ ਪਰਮਾਤਮਾ। ਮਹਾਰਾਜ ਕਹਿੰਦੇ ਫਿਰ ਜਗਤ ਨੂੰ ਬੁਖਾਰੀਆਂ ਦੀ ਤਰ੍ਹਾਂ ਦੂਸਰਿਆਂ ਤੋਂ ਮੰਗਦਾ ਹੈ। ਜਦੋਂ ਰੱਬ ਦਿੰਦਾ ਹੈ ਫਿਰ ਮਨੁੱਖ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਤੇਰਾ ਮਿਹਰਬਾਨ ਸਭ। ਉਹ ਮਹਾਰਾਜ ਜਿਹੜਾ ਹੈ ਸਗਲ ਜੀਵ ਕੋ ਦੇ ਦਾਨ, ਤੂੰ ਕਾਹੇ ਡੂਬੇ ਪ੍ਰਾਣਿਆ ਤੁਧ ਰਾਖੇਗਾ ਸਿਰਜਣਹਾਰ। ਜਿਨ ਬੁਧਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਉਹ ਤੈਨੂੰ ਦਏਗਾ ਜ਼ਰੂਰ ਸ਼ਕਤ ਵਾਸਤੇ। ਵਿੱਚ ਪਾਤਰ ਕੀਟ ਪਠਾਣੀ ਹੈ ਕੰਨ ਬੇਨਤੀ ਕੀਤੀ। ਜਿੱਥੇ ਵੀ ਤੂੰ ਜੀਵ ਹੈ ਉੱਥੇ ਪਰਮਾਤਮਾ ਉਹਨਾਂ ਦਾ ਰਿਜ਼ਕ ਪੜਾਉਂਦਾ ਹੈ। ਭਾਵੇਂ ਕੋਈ ਪੱਥਰਾਂ 'ਚ ਹੈ, ਪਹਾੜਾਂ 'ਚ ਹੈ, ਉਹ ਕਿਤੇ ਵੀ ਬੈਠਾ ਹੈ। ਉਹ ਭਾਈ ਜੀਵੇ ਨੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਦਾ ਸੀ ਦਰਿਆ ਬਣਾ ਕੇ, ਅਤੇ ਉਹਨੇ ਅਰਦਾਸ ਕਰ ਦਿੱਤੀ ਵੀ ਇਹ ਜਿਹੜੀ ਢੇਰੀ ਤੇ ਬਾਰਿਸ਼ ਰੁਕ ਜਾਏ। ਮਹਾਰਾਜ ਉਹਦੇ ਨਾਲ ਗੁੱਸੇ ਹੋ ਗਏ, ਕਹਿਣ ਲੱਗੇ ਰੱਬ ਦੇ ਕੀਤੇ ਤੇ ਕਿੰਨੀ ਕੁਦਰਤ ਨਹੀਂ ਕਰਨਾ। ਉਹ ਸਿੱਖ ਹੀ ਨਹੀਂ ਹੈ। ਜਿਹੜਾ ਰੱਬ ਕਰਨਾ ਚਾਹਵੇ ਤੇ ਅਸੀਂ ਰੋਕਣਾ ਚਾਹੀਏ। ਮਹਾਰਾਜ ਨੇ ਉੱਥੇ ਬਚਨ ਕਹੇ ਸਨ, ਭਾਈ ਜੀਵਾ ਪੇਟ ਕਰਕੇ ਬੈਠ ਕੇ ਸਾਡਾ ਦਲੀਏ ਤੋਂ ਬਗੈਰ ਸਰ ਸਕਦਾ ਹੈ, ਪਰ ਜਿੱਥੇ ਪਰਮਾਤਮਾ ਹਨੇਰ ਚਲਾ ਕੇ ਉਹ ਮਿੱਟੀ ਘੱਟਾ ਪਹੁੰਚਾ ਰਿਹਾ ਸੀ, ਉਹਨੂੰ ਬੜੀ ਜ਼ਰੂਰਤ ਸੀ ਇਸ ਦੀ, ਉਹ ਰੋਕ ਦਿੰਦਾ ਹੈ। ਇਸ ਕਰਕੇ ਮਹਾਰਾਜ ਨੇ ਪੇਟ ਕਰ ਲਿਖੇ ਨੇ ਜ਼ਰੂਰਤ ਹੋ ਗਈ। ਮਹਾਰਾਜ ਕਹਿੰਦੇ ਵਾਹਿਗੁਰੂ ਜੋ ਕਰਦੇ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ। ਜੋ ਬਾਰਿਸ਼ ਝੱਖੜ ਚੜਾ ਰਿਹਾ ਇਹਦਾ ਕੋਈ ਮਤਲਬ ਹੈ, ਸਾਨੂੰ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ। ਮਹਾਰਾਜ ਨੇ ਇੱਥੇ ਬਚਨ ਕਹੇ ਕਿ ਸੰਸਾਰ ਫਿਰ ਕਿਉਂ ਦੂਸਰਿਆਂ ਤੋਂ ਮੰਗਦਾ। ਜਦੋਂ ਦਾਤਾ ਇੱਕ ਹੈ ਤੇ ਫਿਰ ਅਸੀਂ ਕਿਉਂ ਜਾ ਕੇ ਦੂਸਰਿਆਂ ਤੋਂ ਮੰਗੀਏ? ਨਹੀਂ ਮੰਗਣਾ ਚਾਹੀਦਾ। ਬਾਪ ਬੈਠਾ ਹੈ ਕਿਉਂ ਫਿਰ ਅਸੀਂ ਹੋਰ ਰਿਸ਼ਤੇਦਾਰਾਂ ਤੋਂ ਜਾ ਕੇ ਕਰਦੇ ਰਹੀਏ? ਜੋ ਇੱਛਾ ਹੈ ਉਹ ਬਾਪ ਨੂੰ ਦੱਸਣੀ ਚਾਹੀਦੀ ਹੈ, ਉਹ ਪੂਰੀ ਵੀ ਕਰੇਗਾ। ਔਰ ਦੂਸਰੇ ਕੋਲੋਂ ਜਾ ਕੇ ਮੰਗਣਾ ਨਹੀਂ ਚਾਹੀਦਾ। ਜਗਤ ਭਿਖਾਰੀ ਫਿਰਤ ਹੈ ਸਭ ਨੂੰ ਦਾਤਾ ਰੱਬ। ਜਦੋਂ ਸਾਰਿਆਂ ਨੂੰ ਦਾਤਾ ਦੇਣ ਵਾਲਾ ਵਾਹਿਗੁਰੂ ਹੀ ਹੈ, ਫਿਰ ਜਗਤ ਕਿਉਂ ਦੂਸਰੇ ਤੋਂ ਜਾ ਕੇ ਮੰਗਦਾ ਹੈ? ਕਹੋ ਨਾਨਕ ਮਨ ਸਿਮਤ ਤੇ ਜਿਹੜਾ ਦਾਤਾ ਦਿੰਦਾ ਹੈ, ਮੜਾ ਉਹਨੂੰ ਸਿਮਤ ਤੇ ਜਿਹੜਾ ਸਾਰੇ ਸੰਸਾਰ ਨੂੰ ਰਿਜ਼ਕ ਦੇ ਰਿਹਾ। ਪੂਰਨ ਹੋਵੇ ਕਾਮ ਤੇਰੇ ਕਾਮ ਕੰਮ ਸਾਰੇ ਜਿੱਧਰ ਉਹਨੂੰ ਸਿਮਰੇਗਾ। ਹਾਲ ਹਾਲ ਚਰਨਾ ਹਿਰਦੈ ਪੁਰ ਧਾਰੇ ਸਿਮਰ ਸੁਭਾਪੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਸਾਡੇ ਕਾਰਜ ਸਫਲ ਹੋ ਜਾਣਗੇ ਜਦ ਬਹੁਤ ਪਿਆਰੇ ਕੋਲ ਸੌਖੇ ਦੇ ਕੋਲ ਆਪਾਂ ਨੇ ਬਹੁਤ ਵਾਰੀ ਪੜ੍ਹੇ ਸੁਣੇ। ਜੋ ਜਾਤ ਗੁਰੀ ਭਗਤ ਕਰੰਤੀ ਤਿੰਨ ਕੇ ਕਾਜ ਸੁਭਾਰਤਾ। ਜਿਹੜੇ ਉਹਦੀ ਭਗਤੀ ਕਰਦੇ ਉਹਨਾਂ ਦੇ ਕਾਰਜ ਨੂੰ ਸੁਭਾਰਤਾ ਹੈ, ਉਹਨਾਂ ਦੇ ਕਾਰਜ ਅਰਦਾਸ ਹੋ ਜਾਂਦੇ। ਬੇਗਟ ਨਾ ਕੋਲ ਲਾਗਤਾ ਗੁਰੂ ਕਹੇ ਅਰਦਾਸ। ਰਖਵਾਲਾ ਗੋਬਿੰਦ ਰਾਏ ਭਗਤ ਕੀ ਰਾਸ। ਜਦ ਇੱਕ ਅਰਦਾਸ ਰੂਪ ਚ ਆਪਾਂ ਭਗਤੀਆਂ ਪੜ੍ਹਦੇ ਹਾਂ ਗੁਰੂ ਸਾਹਿਬ ਦੇ ਚਰਨਾਂ। ਸਤਿਗੁਰ ਆਪਣੇ ਸੁਣ ਕੇ ਅਰਦਾਸ ਹਾਰ ਲਾਇਆ। ਸਗਲਾ ਦਾਸ ਸਤਿਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰ ਨਾਨਕ ਜਪ ਜਪ ਸਾਧ ਜੀਵਾ। ਸੁਖ ਦਾਤਾ ਪੈ ਪਤਿ ਤੇ ਸੁਹਾਗੈ ਕਾਰਨ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ। ਮਹਾਰਾਜ ਕਹਿੰਦੇ ਉਹ ਜਿਹਦੇ ਤੇ ਮਿਹਰ ਕਰਕੇ ਉਹਦੇ ਕਾਰਜ ਰਾਸ ਹੋ ਜਾਂਦੇ। ਮਹਾਰਾਜ ਕਹਿੰਦੇ ਫਿਰ ਅਰਦਾਸ ਵੀ ਉਹਦੇ ਕੀ ਕਰ, ਜਪ ਵੀ ਉਹਨੂੰ ਜਿਹੜਾ ਕਾਰਜ ਰਾਸ ਕਰਦਾ ਹੈ, ਜਿਹੜਾ ਬਖਸ਼ਿਸ਼ ਵਰਤਾਉਂਦਾ ਹੈ। ਫਿਰ ਤੂੰ ਜਪਦਾ ਉਹਨੂੰ ਕਿਉਂ ਨਹੀਂ ਹੈ? ਕਾਰਜ ਤੇਰੇ ਰਾਸ ਉਹ ਨਹੀਂ ਕਰਦੇ, ਉਹ ਤੂੰ ਜਪੇਗਾ ਜਿਹਨੇ ਤੈਨੂੰ ਪੈਦਾ ਕੀਤਾ ਹੈ। ਤੇ ਮਹਾਰਾਜ ਕਹਿੰਦੇ ਬਖਸ਼ਿਸ਼ ਵੀ ਫਿਰ ਵਰਤਦੀ। ਜਦੋਂ ਉਸ ਵਾਹਿਗੁਰੂ ਤੇ ਵਿਸ਼ਵਾਸ ਰੱਖੇਗਾ, ਉਹਦੀ ਬਖਸ਼ਿਸ਼ ਦਾ ਪਾਤਰ ਬਣੇਗਾ, ਉਹਦੀ ਬੰਦਗੀ ਕਰੇਗਾ, ਉਹਨੂੰ ਯਾਦ ਕਰੇਗਾ, ਉਹਦੇ ਨਾਲ ਜੁੜੇਗਾ, ਫਿਰ ਤੇਰੇ ਸਾਰੇ ਕਾਰਜ ਇੱਕ ਤੇ ਉਹਦੇ ਦੁਨਿਆਵੀ ਕਾਰਜ। ਜਦੋਂ ਆਪਾਂ ਦੁਨਿਆਵੀ ਕਾਰਜ ਉਹਦੇ ਰੱਬ ਨੂੰ ਗੁਰੂ ਸਾਹਿਬ ਤੇ ਜਪਦੇ ਹੈ, ਸਾਦੀ ਜਪਦੇ ਕੋਈ ਕਾਰਜ ਹੋਇਆ ਅਸੀਂ ਪਾਸ ਨੂੰ ਲਗਾਤਾਰ ਵੀ ਬੇਨਤੀ ਕਰਦੇ ਕਾਰਜ ਹੁੰਦਾ ਹੈ। ਜਦ ਅਸੀਂ ਕਦੇ ਬੈਠੇ ਵੀ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਅਸੀਂ ਭਾਈ ਉਹਦਾ ਕਾਰਜ ਰਾਸ ਮਹਾਰਾਜ ਕਹਿੰਦੇ ਹੋ ਜਾਂਦਾ। ਪਰ ਅਸਲੀ ਕਾਰਨ ਜਿਹੜਾ ਹੋਰ ਗੁਰੂ ਪਰਮਾਤਮਾ ਦੀ ਪ੍ਰਾਪਤੀ ਹੈ, ਇਹ ਵੀ ਕਾਰਨ ਰਾਸ ਹੋਏਗਾ। ਜਿੱਥੇ ਸਾਨੂੰ ਦੁਨਿਆਵੀ ਤੌਰ 'ਤੇ ਸਾਡੇ ਕਾਰਜ ਦੇ ਕਿ ਮੋਢੇ ਕੋਈ ਵਿਗੜ ਪੈ ਗਿਆ, ਅਸੀਂ ਸਾਰੇ ਅਰਦਾਸਾਂ ਕਰਦੇ ਹਾਂ ਤੇ ਰਾਸ ਹੋਈ ਜਾਂਦੇ। ਮਹਾਰਾਜ ਕਹਿੰਦੇ ਉਹਨੂੰ ਜਪਣ ਕਰਕੇ ਨਾ ਤੇਰਾ ਇੱਥੇ ਆਉਣਾ ਵੀ ਸਫਲ ਹੋਏਗਾ। ਇਹ ਵੀ
ਫਿਰ ਘਰ ਪੈਸੋਂ ਹਾਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਭਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਾਨ ਕੀ ਪੈਜ ਰੱਖੀ ਕਰਤਾਰੇ ਮਰਜ ਕਹਿੰਦੇ ਕਹੋ ਨਾਨਕ ਮਾਨ ਸਿਮਲ ਤੇ ਇਹ ਉਹਨੂੰ ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਪੂਰਨ ਹੋਵੇ ਕੰਮ ਤੇਰੇ ਸਾਰੇ ਕੰਮ ਜਿਹੜੇ ਨੇ ਸਿਰੇ ਲੱਗ ਜਾਣਗੇ ਪੂਰਨ ਹੋ ਜਾਣਗੇ। ਜਿਹੜਾ ਅੱਜ ਸਰੂਪ ਮਹਾਰਾਜ ਨੇ ਬਖਸ਼ਿਆ ਮਹਾਰਾਜ ਕਹਿੰਦੇ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ। ਮਹਾਰਾਜ ਕਹਿੰਦੇ ਬੰਦੇ ਝੂਠੇ ਮਾਨ ਕਿਸ ਵਾਸਤੇ ਕਰਦਾ ਹੈ। ਇਹ ਸੰਸਾਰ ਸੁਪਨੇ ਦੀ ਨੇ ਤੇ ਸੁਪਨੇ ਤੇ ਕੋਈ ਮਾਣ ਕੋਈ ਨਹੀਂ ਤੇ ਕਰਦਾ। ਮਨੁੱਖ ਨੂੰ ਪਤਾ ਹੈ ਕਿ ਸੁਪਨਾ ਝੂਠ ਹੈ, ਸੁਪਨਾ ਤੇ ਸੱਚ ਨਹੀਂ ਹੈ। ਮਰਦ ਕਹਿੰਦੇ ਉਹ ਸੁਪਨੇ 'ਚ ਕੋਈ ਅਮੀਰ ਬਣ ਜਾਏ ਤੇ ਉਸੇ ਅਮੀਰੀ ਦਾ ਮਾਣ ਕਰਕੇ ਬੈਠ ਜਾਏ ਮੈਂ ਤੇ ਬੜਾ ਅਮੀਰ ਹੈ। ਸੁਪਨਾ ਅਮੀਰ ਨੂੰ ਕੰਗਾਲ ਵੀ ਕਰ ਦਿੰਦਾ ਤੇ ਕੰਗਾਲ ਨੂੰ ਅਮੀਰੀ ਦਾ ਸੁਪਨਾ ਵੀ ਆ ਜਾਂਦਾ ਹੈ। ਕਈ ਵਾਰੀ ਨਾ ਮਨੁੱਖ ਕੋਲ ਬਹੁਤਾ ਕੁਝ ਨਹੀਂ ਹੈ ਤੇ ਮਨੁੱਖ ਸੋਚਦਾ ਰਹਿੰਦਾ ਕਾਸ਼ ਮੇਰੇ ਕੋਲ ਇਹ ਕੁਝ ਹੁੰਦਾ ਜਿਹਦੇ ਕੋਲ ਬਹੁਤਾ ਕੁਝ ਨਹੀਂ। ਮੰਨ ਲਓ ਕਿਸੇ ਦੀ ਰੋਟੀ ਵੀ ਨਹੀਂ ਪੱਕਦੀ ਹੈ ਤੇ ਉਹ ਕਿਸੇ ਮਹਿਲ ਕੋਲੋਂ ਲੰਘਿਆ ਤੇ ਉਹਦੇ ਮਨ 'ਚ ਇੱਕ ਸੁਪਨਾ ਬਣਿਆ ਕਾਸ਼ ਕਿ ਇਸ ਮਹਿਲ ਦਾ ਮਾਲਕ ਮੈਂ ਹੁੰਦਾ। ਸੋਚਿਆ ਹੀ ਸੋਚਦਾ ਰਹਿੰਦਾ ਸਾਰਾ ਦਿਨ ਕਾਸ਼ ਮੇਰੇ ਕੋਲ ਇਹ ਹੁੰਦਾ ਮੈਂ ਕਰਦਾ। ਜਿਹਦੇ ਕੋਲ ਬਹੁਤਾ ਕੁਝ ਉਹ ਕਰਦਾ ਕੁਝ ਨਹੀਂ, ਜਿਹਦੇ ਕੋਲ ਨਹੀਂ ਉਹ ਸੋਚਿਆ ਹੀ ਸੋਚਦਾ ਰਹਿੰਦਾ ਮੇਰੇ ਕੋਲ ਆਹ ਹੁੰਦਾ ਨਾ ਤੇ ਮੈਂ ਇੰਨੇ ਮਨੁੱਖਾਂ ਦਾ ਭਲਾ ਕਰਨਾ ਸੀ ਮੈਂ ਫਲਾਣੇ ਨੂੰ ਕੋਠੀਆਂ ਬਣਾ ਕੇ ਦੇ ਦਿੰਦਾ ਮੈਂ ਘਰ ਬਣਾ ਕੇ ਦੇ ਦਿੰਦਾ। ਤੇ ਜਿਹੋ ਜਿਹਾ ਮਨੁੱਖ ਉਹ ਸੋਚਦਾ ਉਹੋ ਜਿਹਾ ਮੈਨੂੰ ਸੁਪਨਾ ਹੁੰਦਾ ਹੈ ਤੇ ਸੁਪਨੇ ਤੇ ਕਦੇ ਮਾਨ ਨਹੀਂ ਹੁੰਦਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਬਚਨ ਕੇ ਦੱਸਦੇ ਸਨ ਜਿਹਨੂੰ ਕਈ ਵਾਰੀ ਕੀਤੀ। ਮਹਾਰਾਜ ਕਹਿੰਦੇ ਹੈ ਕਿ ਇੱਕ ਰਾਜਾ ਸਿੰਘਾਸਨ ਤੇ ਬੈਠਾ ਉਹਨੂੰ ਇੱਕ ਸੁਪਨਾ ਹੁੰਦਾ ਹੈ। ਸੁਪਨੇ 'ਚੋਂ ਭਿਖਾਰੀ ਬਣ ਜਾਂਦਾ ਹੈ। ਸੁਪਨੇ ਦੇ ਰਾਜ ਵਿਛੜ ਜਾਂਦਾ ਸੁਪਨੇ 'ਚ ਹੈ ਰਾਜਾ ਹੈ ਹਾਲਤ ਉਹਦੀ ਦਸ਼ਾ ਬੜੀ ਪਾਣੀ ਬਣ ਜਾਂਦੀ ਹੈ ਰਾਜਾ ਹੈ। ਨਰਮਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਕਮਾਈ। ਸਾਡੀ ਹਾਲਤ ਹੋਈ ਹੈ ਇੱਥੇ ਰਾਜੇਦਾਰ ਫਿਰ ਵੀ ਦੁਨਿਆਵੀ ਕਿਸੇ ਕੋਲ ਬਹੁਤ ਕੁਝ ਹੈ। ਰਾਜੇਦਾਰ ਤੋਂ ਸੁਰਤ ਕਰਕੇ ਅਸੀਂ ਬਹੁਤ ਸੁੱਖ ਆਨੰਦ ਪ੍ਰਾਪਤ ਕਰ ਸਕਦੇ ਹਾਂ। ਰਾਜੇ ਨੂੰ ਵੀ ਦੱਸਦੇ ਜੋ ਸੁੱਖ ਪ੍ਰਾਪਤ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਏ ਔਰ ਅਸੀਂ ਤੇ ਕਲਪਦੇ ਦੁੱਖਾਂ ਦੇ ਅੰਦਰ ਉਹ ਸੁੱਖ ਬਾਰੇ ਸਾਨੂੰ ਗਿਆਨ ਹੀ ਨਹੀਂ। ਜੋ ਅਸੀਂ ਬਣ ਸਕਦੇ ਜੋ ਅਸੀਂ ਪ੍ਰਾਪਤ ਕਰ ਸਕਦੇ ਉਹਦੇ ਬਾਰੇ ਗਿਆਨ ਹੀ ਨਹੀਂ ਹੈ। ਰਾਜਾ ਸੁਪਨੇ 'ਚ ਭਿਖਾਰੀ ਬਣ ਗਿਆ ਉਹਨੂੰ ਦੁੱਖ ਪ੍ਰਾਪਤ ਹੋਇਆ। ਅਸੀਂ ਰਾਜੇ ਹੁੰਦੇ ਆ ਵੀ ਭਿਖਾਰੀ ਦੀ ਤਰ੍ਹਾਂ ਜੀਵਨ ਬਤੀਤ ਕਰਦੇ। ਰਾਜਾ ਕੌਣ ਹੈ? ਜਿਹੜਾ ਬੇਪਰਵਾਹ ਹੈ, ਕਿਸੇ ਦੀ ਪਰਵਾਹ ਫੌਜਾਂ ਦਾ ਮਾਲ ਹੈ ਉਹਦੇ ਕੋਲ ਸਾਰਾ ਕੁਝ। ਮਨੁੱਖ ਇੱਕ ਰਾਜਾ ਹੈ, ਹਰੇਕ ਮਨੁੱਖ ਸਮਝ ਨਹੀਂ ਹੈ ਉਹ ਭਿਖਾਰੀ ਦੀ ਤਰ੍ਹਾਂ ਜੀਵਨ ਬਤੀਤ ਕਰਦਾ। ਪਰ ਇਹਨੇ ਬਚਨ ਕਹੇ ਜਿਉਂ ਸੁਪਨਾ ਅਰ ਵੇਖਣਾ ਐਸੇ ਜਗ ਉਹਦਾ ਜਗ ਸੁਪਨਾ ਹੀ ਹੈ। ਸੁਪਨੇ 'ਚ ਕੋਈ ਭਿਖਾਰੀ ਰਾਜਾ ਬਣਦੇ ਉਹ ਫਰਕ ਨਹੀਂ ਪੈਂਦਾ। ਕੋਈ ਰਾਜਾ ਭਿਖਾਰੀ ਵੀ ਬਣਦੇ ਉਹ ਭਿਖਾਰੀ ਹੈ ਨਹੀਂ ਹੈ, ਉਹ ਭਿਖਾਰੀ ਨਹੀਂ ਹੈ। ਸੰਸਾਰ ਸੁਪਨੇ ਦੀ ਤਰ੍ਹਾਂ ਸੁਪਨੇ ਦੇ ਕਾਹਦਾ ਮਨ ਕਰਨਾ ਹੈ ਜੀ। ਸੁਪਨਾ ਤੇ ਸੁਪਨਾ ਹੀ ਹੈ। ਇੱਧਰ ਆ ਕੇ ਖੁੱਲ ਕੀ ਹੈ ਤੇ ਸੁਪਨਾ ਝੂਠ ਵੀ ਜੋ ਵੇਖਿਆ ਸੀ ਉਹਦੇ ਝੂਠ ਜੇ ਬੰਦਾ ਕਈ ਵਾਰੀ ਨਾ ਘੱਪ ਰਿਹਾ ਹੁੰਦਾ ਸਵੇਰ ਇਹ ਕੀ ਵਾਪਰ ਗਿਆ ਇਹ ਕੀ ਵੇਖ ਗਿਆ। ਤੇ ਇੱਧਰ ਜਦੋਂ ਅੱਖ ਬੰਦ ਹੋਏਗੀ ਉਦੋਂ ਸੰਸਾਰ ਸੁਪਨੇ ਦੀ ਉਹਦਾ ਸੱਚ ਵੀ ਕਿਹੜਾ ਨਾਲ ਸੁਪਨੇ 'ਚੋਂ ਸਭ ਕੁਝ ਵੇਖਿਆ ਅਸੀਂ ਉਹਨੂੰ ਹੱਥੀਂ ਪ੍ਰਾਪਤ ਨਹੀਂ ਕਰ ਸਕਦੇ। ਤੇ ਸੰਸਾਰ ਸਭ ਕੁਝ ਅਸੀਂ ਵੇਖਦੇ ਜਾਣ ਲੱਗਿਆ ਨਾਲ ਵੀ ਕੁਝ ਨਹੀਂ ਜਾਣਾ। ਸੁਪਨੇ ਦੀ ਤਰ੍ਹਾਂ ਇਹ ਵੀ ਹੈ। ਸੁਪਨੇ 'ਚ ਕੁਝ ਅਸੀਂ ਪ੍ਰਾਪਤ ਤੇ ਨਹੀਂ ਨਾ ਕੀਤਾ ਸਿਰਫ ਵੇਖਿਆ ਹੀ ਹੈ ਨਾ। ਸੰਸਾਰ ਕਿਸੇ ਨੂੰ ਵੇਖਦੇ ਹੀ ਹੈ ਨਾਲ ਕੁਝ ਵੀ ਨਹੀਂ ਜਾਣਾ। ਇਹ ਵੀ ਇੱਕ ਸੁਪਨੇ ਦੀ ਤਰ੍ਹਾਂ ਹੈ। ਮਹਾਰਾਜ ਨੇ ਬਚਨ ਅੱਗੇ ਸਰਵਣ ਕਰਨੇ ਆਪਾਂ ਜਗ ਰਚਨਾ ਸਭ ਝੂਠ ਹੈ। ਸੁਪਨਾ ਕੀ ਹੈ? ਝੂਠ। ਜਗ ਦੀ ਰਚਨਾ ਕੀ ਹੈ? ਝੂਠ। ਜਾਣਦੇ ਹੋ ਤੇ ਕੀ ਮਿੱਤਰ ਜਾਣ ਨਾਲ ਸੰਸਾਰ ਝੂਠ ਸੁਪਨੇ ਦੀ ਤਰ੍ਹਾਂ। ਜਿਉਂ ਸੁਪਨਾ ਆਪ ਵੇਖਣਾ ਜਿਵੇਂ ਸੁਪਨਾ ਵੇਖਦਾ ਹੈ ਐਸੇ ਜਗ ਕੋ ਜਾਣ। ਕੱਲ ਕਹਿੰਦੇ ਸੰਸਾਰ ਕੋ ਇਤਰੇ ਜਾਣ ਕੇ ਮੈਂ ਕਾਸ਼ੀ ਸੰਗੀ ਨਹੀਂ ਇਹਦੇ ਜੋ ਤੇਰਾ ਕੋਈ ਵੀ ਸੰਗੀ ਨਹੀਂ। ਨਾਨਕ ਬੇੜ ਭਗਵਾਨ ਭਗਵਾਨ ਹੋ ਗਏ
रब तो बगैर कोई तेरा मददगार नहीं। पूर्व जन्म के मिले सुजोगी अपने को ना सफाई। मर्द कहते झूठे मान कहाँ करें जग सुपने जो जान। ਹੁਣ ਬੰਦਾ ਮਾਣ ਕਿਹਦੇ ਤੇ ਕਰਦਾ ਹੈ? ਕਿਸੇ ਨੇ ਮਹਿਲ ਪਾੜਿਆ, ਕੋਠੀ ਉਹਦੇ ਤੇ ਮਾਣ, ਮੇਰੇ ਘਰ ਸਾਰਿਆਂ ਨੂੰ ਸੋਹਣਾ। ਤੇ ਮਹਾਰਾਜ ਨੇ ਮਾਣ ਤੋੜਨ ਵਾਸਤੇ ਪਤਾ ਕੀ ਕਿਹਾ? ਮਹਾਰਾਜ ਕਹਿੰਦੇ ਕਬੀਰ ਕੋਠੇ ਮੰਡਪ ਹੇਠ ਕਾਦ ਕਾਹੇ ਮਨੋ ਸਵਾਰ। ਸਾਡੀ ਹਾਲਤ ਕੀ ਹੈ? ਕੋਠੇ ਮਹਿਲ ਘਰ ਬਣਾਉਂਦਾ ਬਣਾਉਂਦਾ ਹੀ ਬੰਦਾ ਤੁਰ ਜਾਂਦਾ ਸਾਰੀ ਜ਼ਿੰਦਗੀ। ਐਸਾ ਕੁਝ ਹੈ। ਮਰਦ ਕਹਿੰਦੇ ਉਹ ਘਰ ਬਣਾਉਂਦਾ ਬਣਾਉਂਦਾ ਹੀ ਮਰ ਜਾਂਦਾ। ਕੋਠੇ ਮੰਡਪ ਹੇਤ ਕਰ, ਹੇਤ ਹੈ ਨਾ ਘਰ ਨਾਲ ਸਾਡਾ ਪਿਆਰ ਹੈ। ਘਰ ਨਾਲ ਪਿਆਰ ਹੈ, ਅਸੀਂ ਜਿੰਨਾ ਮਰਜ਼ੀ ਪੈਸਾ ਲਾ ਦਈਏ। ਗੁਆਂਢੀਆਂ ਨੂੰ 4 ਇੱਟਾਂ ਵੀ ਮੰਗਿਆ ਉਧਾਰੀਆਂ ਨਹੀਂ ਦਿੰਦੇ, ਕਹਿੰਦੇ ਜੀ ਲਿਆ ਕੇ ਦੇ ਦਿਓ। ਜਿਹਦੇ ਨਾਲ ਹੇਤ ਹੈ ਨਾ, ਪੈਸਾ ਉਹਦੇ ਤੇ ਬਰਬਾਦ ਕਰਦੇ ਆ। ਪਰਿਵਾਰ ਨਾਲ ਉਹ ਹੈ ਲਟਾਉਂਦੇ ਜੇ ਕਿਸੇ ਹੋਰ ਦੇ ਬੱਚਿਆਂ ਤੇ, ਆਪਣੇ ਬੱਚਿਆਂ ਵੀ ਲਟਾਉਂਦੇ ਆ। ਉਹ ਪ੍ਰਪੰਚ ਕਰ ਮਾਰ ਧਨ ਲਿਆ ਮੈਂ ਸੋਧ ਲਾ ਮੈਂ ਆਪ ਲਟਾ ਮੈਂ, ਜਿਹਦੇ ਨਾਲ ਉਹਦੇ ਤੋਂ ਫਿਰ ਅਸੀਂ ਲਟਾਉਂਦੇ ਵੀ ਉਹ ਬੰਦਾ ਕੁਰਬਾਨ ਨਹੀਂ ਕਰਦਾ। ਇਹਦੇ ਨਾਲ ਮੇਰਾ ਮੋਹ ਹੈ। ਮਰਦ ਕਹਿੰਦੇ ਕੋਠੇ ਮੰਡਪ ਹੇਤ ਕਾਦ ਕਾਹੇ ਮਨੂ ਸਵਾਰ। ਬੰਦਿਆ ਕਿਉਂ ਇਹਨੂੰ ਸਵਾਰ ਦਾ ਸਵਾਰ ਦੇ ਫਿਰਦਾ? ਕਾਰਜ 3.5 ਹਾਥ। ਮਰਦ ਕਹਿੰਦੇ ਕਾਰਜ 3.5 ਹੱਥ, ਘੜੀ ਤਾਂ ਪੌਣੇ 4। ਮਰਦ ਕਹਿੰਦੇ 3.5 ਹਾਥੀ ਹੈ ਤੇਰੀ ਜਗ੍ਹਾ, ਮੰਨ ਲਾ ਜੇ ਵੱਧਦੇ ਤੇ ਪੌਣੇ 4 ਹਾਥੀ, ਇਸ ਤੋਂ ਵੱਧ ਨਹੀਂ ਹੈ। ਦੱਸਦੇ ਕਿ ਇੱਕ ਵਾਰੀ ਬੇਨਤੀ ਕੀਤੀ ਸੀ 3.5 ਹੱਥ ਜਗ੍ਹਾ ਦਾ ਮਤਲਬ ਇਹ ਨਹੀਂ ਜਿੱਥੇ ਸਾਡਾ ਸੰਸਕਾਰ ਹੁੰਦਾ ਉਹ ਜਗ੍ਹਾ ਸਾਡੀ ਨਹੀਂ ਹੈ। ਵੈਸੇ ਜਦੋਂ ਵੀ ਕਿਤੇ ਗੱਲ ਕੀਤੀ ਤਾਂ ਉਹ ਜਿੱਥੇ ਸੰਸਕਾਰ ਹੁੰਦਾ ਨਾ ਕਿਸੇ ਦਾ, ਆ ਹੀ ਅਸਲੀ ਜਗ੍ਹਾ, ਉੱਥੇ ਤੇ ਹਜ਼ਾਰਾਂ ਸੰਸਕਾਰ ਹੋ ਗਏ ਇੱਕ ਜਗ੍ਹਾ ਦੇ ਉੱਪਰ। ਕਿਹਦੀ ਉਹ ਜਗ੍ਹਾ? 3.5 ਹੱਥ ਦਾ ਮਤਲਬ ਜਿੱਥੇ ਅਸੀਂ ਰਾਤ ਨੂੰ ਸੌਂਦੇ ਹਾਂ। ਕਿਸੇ 10 ਰੂਮ ਵਾਲੀ ਕਿਸੇ ਦੀ ਕੋਠੀ ਹੈ, ਜ਼ਿਆਦਾ ਵੀ 3 ਮੰਜ਼ਿਲਾ ਵੀ ਹੈਗੀ ਹੈ, ਸੌਂਦਾ ਕਿੰਨੀ ਕੁ ਜਗ੍ਹਾ ਤੇ ਹੈ? 3.5 ਹੱਥ ਜਗ੍ਹਾ ਦੇ ਉੱਪਰ, ਉਹ ਵੀ ਬੈੱਡ ਦੇ ਕਿਸੇ ਦੇ ਉੱਪਰ, ਜਿੰਨਾ ਕੁ ਦਾ ਬੋਡੀ ਹੈ। ਤੇ 3.5 ਹੱਥ ਦਾ ਮਤਲਬ ਬਣਦਾ ਹੈ ਵੀ ਅਰਕ ਤੋਂ ਲੈ ਕੇ ਸਾਡੀ ਉਂਗਲ ਤੱਕ ਲੱਗੀ, ਸ਼ੁਰੂ ਤੋਂ ਲੈ ਕੇ ਅਰਕ ਤੱਕ ਜਿੰਨੀ ਵੀ ਕਿਸੇ ਦੀ ਇੰਨਾ ਕੁ ਹੱਥ ਹੈ ਨਾ, ਉਹ 3.5 ਬਸ ਹੱਥ ਹੀ ਬਣਦਾ ਹੈ ਬੋਡੀ ਦੇ ਹਿਸਾਬ ਤੇ। ਜਿੰਨਾ ਕਿਸੇ ਦਾ ਕੱਦ ਉਨੀਆਂ ਕੁ ਬਾਹਾਂ ਲੰਬੀਆਂ ਹੋਣਗੀਆਂ, ਤੇ ਸਾਰਿਆਂ ਦਾ ਕੱਦ 3.5 ਹੱਥ ਹੀ ਬਣਦਾ ਹੈ। ਅਰਕ ਤੱਕ ਨਾ 3.5 ਹੱਥ ਹੀ ਸਾਰਿਆਂ ਦਾ ਸਰੀਰ ਹੈ। ਭਾਵੇਂ ਕਿਸੇ ਦਾ ਕੱਦ ਲੰਬਾ ਵੀ ਹੈ, ਕਿਸੇ ਦਾ 3.5 ਫੁੱਟ ਵੀ ਹੋ ਸਕਦਾ ਹੈ, ਕਿਸੇ ਦਾ 7 ਫੁੱਟ ਵੀ ਕੱਦ ਹੋ ਸਕਦਾ ਹੈ। 3.5 ਹੱਥ ਹੀ ਹੈ। ਸਾਡੇ ਉਸੇ ਬੋਡੀ ਦਾ 3.5 ਹੱਥ ਹੈ। ਹੁਣ ਵੱਡੇ ਕੱਦ ਵਾਲੇ ਨੂੰ ਛੋਟੇ ਕੱਦ ਵਾਲਾ ਬਣੇਗਾ, ਉਹ 3.5 ਹੱਥ ਤੋਂ ਵੱਧ ਜਾਣਾ। ਮਨੁੱਖ ਦਾ ਆਪਣਾ ਹੀ ਹੱਥ 3.5 ਹੱਥ ਹੈ। ਮਰਦ ਕਹਿੰਦੇ ਵੱਧ ਗਿਆ ਇਸ ਨੂੰ ਥੋੜ੍ਹਾ ਜਿਹਾ ਪੌਣੇ 4 ਹੱਥ ਹੋ ਜਾਏਗਾ, ਇਸ ਤੋਂ ਵੱਧ ਨਹੀਂ। ਜਿੱਥੇ ਅਸੀਂ ਸੌਂਦੇ ਹਾਂ, ਜਿੱਥੇ ਸੁੱਤੇ ਹੈ ਉੱਥੇ ਹੀ ਸਰੀਰ ਛੱਡ ਕੇ ਉਨੀ ਕੀ ਜਗ੍ਹਾ ਸੀ, ਜਿਹੜਾ ਅਸੀਂ ਹੋਰ ਕੋਈ ਜ਼ਮੀਨ ਬਾਹਰ ਨਾਲ ਲੈ ਕੇ ਜਾਂ ਹੋਰ ਕੋਈ ਸਾਡੇ ਕੁਛ ਨਹੀਂ ਆਇਆ। ਮਰਦ ਕਹਿੰਦੇ ਉਹ ਜੱਗ ਸੁਪਨੇ ਕਿਤਨਾ ਬੰਦਿਆ, ਕੋਠੇ ਮੰਡਪ ਸਵਾਰ ਦਾ ਹੀ ਨਾ ਸੰਸਾਰ ਤੋਂ ਕੁਛ ਨਹੀਂ। ਹਾਂ ਤੇ ਦੇਖਣੀ ਕੀ ਹੈ, ਇਸ ਤੋਂ ਵੱਧ ਨਹੀਂ ਹੈ। 3.5 ਹੱਥ ਪੌਣੇ 4 ਹੀ ਹੈ। ਤੇ ਇਹਦਾ ਮਾਣ ਕਰ ਬੈਠੇ ਕਰਦਾ। ਮਹਾਰਾਜ ਨੇ ਚੇਤੇ ਕਰਾਇਆ ਕਿ ਇਹਨਾਂ ਦਾ ਮਾਣ ਹੈ, ਘਰ ਦਾ ਮਾਣ ਨਾ ਕਰ, ਤੇਰੇ ਘਰ ਤੇਰਾ ਨਹੀਂ ਹੈ। ਜਾਂ ਮਰਦ ਕਹਿੰਦੇ ਹੈ ਵੀ ਮਨੁੱਖ ਆਪਣੇ ਸਰੀਰ ਦਾ ਘਰ ਕਰਦਾ, ਸਰੀਰ ਦਾ ਇਹਨਾਂ ਚੀਜ਼ਾਂ ਦਾ ਇੱਕ ਜ਼ਮੀਨ, ਧਨ, ਸਰੀਰ, ਘਰ। ਤੇ ਭਗਤ ਜੀ ਨੇ ਫਿਰ ਬਚਨ ਕਹੇ ਕਬੀਰ ਗਰਭ ਨਾ ਕੀਜੀਐ, ਬੰਦਿਆਂ ਘਰ ਨਾ ਕਰ ਉੱਚਾ ਦੇਖ ਆਵਾਜ਼, ਵੀ ਮੇਰਾ ਘਰ ਬੜਾ ਉੱਚਾ ਹੈ। ਕਈ ਵਾਰੀ ਨਾ ਕੋਈ ਰਿਸ਼ਤੇਦਾਰ ਆਦਨ ਕਹਿੰਦੇ ਜੀ ਆਪਣੀ ਕੋਠੀ ਸਾਰਿਆਂ ਤੋਂ ਉੱਚੀ ਹੈ, ਬਾਕੀ ਤੇ ਠੀਕ ਠਾਕ ਹੀ ਘਰ ਹੈ। ਉਹ ਭਗਤ ਜੀ ਕਹਿੰਦੇ ਇਹਦਾ ਵੀ ਮਾਣ ਹੋ ਜਾਂਦਾ ਹੈ ਨਾ। ਮਰਦ ਕਹਿੰਦੇ ਦੇਹੀ ਦੇਖ ਸੁਰੰਗ, ਮਰਦ ਕਹਿੰਦੇ ਨਾ ਇਹਦਾ ਧਾਰ ਕਰ, ਆਜ ਕਾਲ ਤਜ ਜਾਓਗੇ ਜਿਉਂ ਕਾਂਚਰੀ ਭਿਅੰਗ। ਭਿਅੰਗ ਸਭ ਨੂੰ ਕਹਿੰਦੇ ਹੈ, ਕਾਂਚਰੀ ਕੁੰਜ ਨੂੰ ਕਹਿੰਦੇ ਹੈ। ਕਹਿੰਦੇ ਬੰਦਿਆ ਨਾ ਘਰ ਦਾ ਹੰਕਾਰ ਕਰ, ਨਾ ਸਰੀਰ ਦਾ ਹੰਕਾਰ ਕਰ। ਸਰੀਰ ਤੋਂ ਇਸ ਤਰ੍ਹਾਂ ਛੱਡ ਜਾਣਾ ਜਿਵੇਂ ਸੱਪ ਕੁਝ ਤੁਰਿਆ ਜਾਂਦਾ ਲਾ ਦਿੰਦਾ ਨਾ, ਮਨੁੱਖ ਇਸ ਤਰ੍ਹਾਂ ਸਰੀਰ ਛੱਡ ਜਾਂਦਾ। ਨਾ ਘਰ ਦਾ ਹੰਕਾਰ ਕਰ, ਨਾ ਸਰੀਰ ਦਾ, ਤੇ ਨਾ ਹੀ ਮਹਾਰਾਜ ਕਹਿੰਦੇ ਮਾਂ ਪਿਓ ਤੇ ਮਾਣ ਕਰ। ਦੇਖੋ ਹੰਕਾਰ ਤੇ ਇਹਨਾਂ ਚੀਜ਼ਾਂ ਦਾ ਹੁੰਦਾ ਨਾ, ਮੇਰੇ ਪਿਓ ਕੋਲ ਪਦਵੀ ਆ, ਜਿਨ੍ਹਾਂ ਦੇ ਪਿਓ ਮੰਤਰੀ ਬਣੇ ਨੇ ਉਹਨਾਂ ਦੇ ਕੋਲੇ ਮਨ ਮਰਜ਼ੀਆਂ ਕਰਦੇ, ਮੈਂ ਫਲਾਣੇ ਦਾ ਪੁੱਤਰ ਹੈ। ਮਹਾਰਾਜ ਕਹਿੰਦੇ ਇਹਨਾਂ ਤੇ ਵੀ ਮਾਣ ਨਾ ਕਰ। ਸਤਿਗੁਰਾਂ ਨੇ ਲਿਖ ਕੇ ਦਿੱਤਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਇਹਨਾਂ ਕਿੱਥੇ ਚੜੇਗੇ ਭਗਤ ਜੀ ਕਹਿੰਦੇ।
जिन्होंने तेन जन्म दिता। तै पासों कोई लद गए तू अजे ना मकीन होए, तेरे पासों तुर गए अजे भी तू समझिया नहीं है। ना ही घर रहना है, ना माँ प्यो ने रहना है, ना तेरी बॉडी ने खीर तक तेरा साथ देना है। मर्द कहते काहे दे नाल गर्भ गर्भ हो बिन सजाए झूठी दे, ये देही झूठी है, इन्हें तेरा साथ छड़ देना, हंकार ना कर। मर्द कहते जिहदे कोल 4 रुपये शरीर तंदुरुस्त है, वो टेढ़ी पगवां का भगत खुदा ने शब्द अपने बहुत मेरी बचा दिया। बंके बाल पाग सिर ढेरी, एहो तन होए वो भस्म की ढेरी। बंदिया शरीर का हंकार ना कर, इन्हों ने भस्म के ढेरी बन जाना है। कबीर गर्भ ना कीजिए ऊंचा देख आवास, आज काल भय लेटना ऊपर जापै घास। कहते उच्चा घर वेख के मान ना कर, अज जब कल तू भुए लेटना है। भुए का अर्थ भी धरती, तेरी धरती तो भी थले ऊपर जापै घास। 4 बंदियां ने 10-20 बंदियां ने लिया के तेन कबर च कट जाना है, फिर उत्ते घाह जमेगा। अज कहना उपर को कोठी वाल देखना, पग टिकट से आती है, एक दिन धरती के थले भी दबिया जाना। बाबा फरीद जी के बच्चे बहुत मेरी दास ने साझे कराए। बोले शेख मुजीद प्यादे अल्लाह लगे, एहो तन होसी खाक कमानी गोद घरे। आज मलावा शेख मुरीद टाक कुंजड़ियां बड़ो बचिंदड़ियां, जे जाना मर जाइए भोगना आइए। बंदिया जो तू इन्नी गल समझदा है ना, मर जाना है, फिर भोग के ना ही संसार। इसका अर्थ एक ये भी है, यदा अर्थ है कि जे जाना मर जाइए। जिस बंदे ने जान लिया अपना चले जाना, फिर भोगना ही भोग के नहीं आएगा, किसी होर भैड़ी लोड़ च नहीं आएगा। जिन्हें जान लिया या जिन्हें नहीं जाना, फिर भोग के आएगा भी। बोलिए सच धर्म झूठ ना बोलिए, जो गुर दसे बाट मुरीदा जोलिए। आज कलावा सेक मुरीद ताक कुंजड़ियां बड़ो बचिंदड़ियां। खीरले बचन ने जीवी पूछे असमान फरीदा खेवट किन गए, जल नबूरा नाल गुलाम ने जी से। फिर एक दिन ना असमान जमीन को पुछदा है, कहता जमीन तेरा मान करने वाले कितने चले गए। कि बंदा कहता ना मेरे इन्ने कितने जमीन, मेरा घाल, मेरे माँ प्यो की ताकत, मेरे शरीर की मेरे को ताकत, मेरे पुत्रां की ताकत। असमान एक दिन जमीन को पुछदा कितने चला गया जिहड़ा कहता सी मेरे को इन्नी ताकत। जे कोई धरती ने जवाब दिता जल नबूरा नाल, होर कबर को कहते हैं, कहते सड़ते पए ने कबर च। जो बंदा मरता कबर च सड़दा, वो लामे चीज़ है। कहते शरीर कबर च पै गया तो आत्मा लामे सही रख देगा। मर्द कहते बंदे मान ना कर, झूठे मान कहाँ करे जग सोचने जो जान। ये संसार सुपने की तरह फरीदा कोठे मंडप हेत कर काहे अरो स्वाद। वो यही के बारे में शिक्षा दी है भी इन्होंने स्वाद तो ना लगा। इतने कोठे का अर्थ शरीर भी है, कोठे का अर्थ घर भी है। जा बंदा शरीर को स्वाद के लगा या घर को स्वाद के लगा, दो काम नहीं करो। जब शरीर स्वाद, मर्द कहते ये तेरे नहीं है, इन्होंने स्वाद दे ना अपना जीवन बतीत कर। तेनों परमात्मा ने समा दिता, तू कुछ करना है, तू कर जाओ। जे जापेगा नहीं, मर्द कहते नाल तेरे कुछ भी नहीं जाना। झूठे मान कहाँ करें जग सुपने जो जान, झूठे मान का करते जग सुपने की तरह। फरीदा कोठे मंडप माड़ियां एक न लाए चित, मिट्टी पई अतुल भी कोई ना होसी मित। कोई तेरा इतने मित्र नहीं है, मिट्टी अतुल भी है। अतुल भी मिट्टी का उस मिट्टी से जाना जिन्हें तोड़ के हुण कबर से तोड़ के मिट्टी थोड़ी पाई जाती। मिट्टी का वेट नहीं गिन सकता, समुची मिट्टी की मनुख को दस दिता जाता। चलो भावें ठोकरां भी गिन लो, भगत जी ने कुछ बचन साडे नाल साझे कीते। मान किहदा करना, मेरा तो कुछ इत्थे है ही नहीं है। महाराज के शरीर की गल बहुत बड़ी, महाराज कबीरा धूल सकेल के कुड़ियां मारती दे, दिवस चाल रूपे खड़ा अंत खे की खे। अंदरों इन्हें खे हो देने तो मिट्टी का मान पता कर। वो मिट्टी धरती भी, वो मिट्टी शरीर भी है। शरीर भी साडा मिट्टी तो बनया है, तो जी धरती जी का असं मान करते हैं इन्ने किले, वो भी मिट्टी है। महाराज कहते मिट्टी का, मिट्टी किसी की नहीं बनी है, यदा मान ना कर। किन्या किते नाम चढ़ी, किन्या किते नाम। मर्द फिर कहते जाग लेहो रे मना जाग लेहो, कहाँ गाफड़ सोया गाफड़ तू सुता जाग। जो तन उपजया संग भी, जो तन संग आया ना तेरे सो भी संग ना होया, वो तेरे नाल नहीं जीवते बना। जो तन उपजया संग ही सो भी संग ना होया,
ਜਿਹੜਾ ਸੰਗ ਤਨ ਆਇਆ ਸੀ ਇਹ ਤਾਂ ਸੰਗ ਜਾਣਾ ਕੋਈ ਨਹੀਂ। ਸਰੀਰ ਆਇਆ ਤੇ ਅਸੀਂ ਲੈ ਕੇ ਆਏ ਸਰੀਰ ਨਾਲ ਜਾਣਾ ਕੋਈ ਨਹੀਂ ਹੈ। ਜਾਣਾ ਕਦੀ ਰੂਹ ਹੈ, ਸਾਡੀ ਆਤਮਾ ਨੇ, ਤੇ ਸਰੀਰ ਚ ਰਹਿੰਦੇ ਆਤਮਾ ਨੇ ਜੋ ਕੀਤਾ ਵੀ ਉਸੇ ਹਿਸਾਬ ਨਾਲ ਹੀ ਉਹ ਖਿੱਤੋਂ ਪੈਣਾ ਹੈ। ਸਰੀਰ ਚ ਰਹਿੰਦੇ ਆਤਮਾ ਨੇ ਕੀਤਾ ਕਿ ਮੰਨ ਲਓ ਵੀ ਬੱਚੇ ਨੂੰ ਹੋਸਟਲ ਛੱਡ ਦਿੰਦੇ ਨੇ ਕਈ ਮਾਂ ਪਿਓ, ਤੇ ਬੱਚਾ ਉਸ ਹੋਸਟਲ ਚ ਇੰਨੇ ਸਾਲ ਪੜ੍ਹਿਆ, ਉਹਨੇ ਉੱਥੇ ਕੀਤਾ ਕੀ ਰਹਿ ਕੇ ਇਹ ਵੇਖਿਆ ਕਹਿੰਦਾ ਸਰੀਰ ਹੋਸਟਲ ਚ ਰਿਹਾ, ਇਹ ਗੱਲ ਕੋਈ ਮੈਨੇ ਨਹੀਂ ਰੱਖਦੀ ਹੈ। ਇਹ ਗੱਲ ਮੈਨੇ ਨਹੀਂ ਰੱਖਦੀ ਉਹ ਕਿੰਨੇ ਸਾਲ ਉੱਥੇ ਰਿਹਾ, ਇਹ ਗੱਲ ਨੂੰ ਤੂੰ ਸਿੱਖ ਕੇ ਕੀ ਆਇਆ, ਇਹ ਗੱਲ ਮੈਨੇ ਨਹੀਂ ਰੱਖਦੀ ਸਾਡੀ ਉਮਰ ਕਿੰਨੀ ਹੈ। ਗੱਲ ਇਹ ਵੀ ਮਨੁੱਖ ਨੇ ਕੀਤਾ ਕੀ ਇੰਨੀ ਉਮਰ ਦੇ ਅੰਦਰ। ਉੱਥੇ ਤੇ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਜ਼ੂਰ ਹੈ, ਉੱਥੇ ਤੇ ਫਰੀਦਾ ਆਪਣ ਦੇ ਕੀਤੇ ਗੁਣੀ ਵਿੱਚ ਮਿਲ ਕੇ ਆਏ ਕੰਮ। ਮਰਜ਼ ਕਹਿੰਦੇ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਣ ਸਿਓ ਕੀਨਾ, ਕਹਿੰਦੇ ਤੂੰ ਇਹਨਾਂ ਦੇ ਨਾਲ ਹਿੱਤ ਲਾ ਕੇ ਬੈਠ ਗਿਆ। ਮਾਂ ਪਿਓ ਧਨ ਦੌਲਤ ਸਰੀਰ ਸਾਰਿਆਂ ਨਾਲ ਹਿੱਤ ਜੁੜ ਕੇ ਬੈਠਾ। ਇੱਕ ਨਾ ਬੜਾ ਪਿਆਰਾ ਸ਼ਬਦ ਔਰ ਸੌਖਾ ਜਿਹਾ, ਮਰਜ਼ ਕਹਿੰਦੇ ਰਾਮ ਸਿਮਰ ਪਛਤਾਹੇਗਾ ਮਾਨ, ਫਿਰ ਪਛਤਾਏਗਾ। ਹੁਣ ਤੂੰ ਮਾਣ ਕਰੀ ਬੈਠਾ, ਘਰ ਕਰੀ ਬੈਠਾ, ਹੁਣ ਤੂੰ ਕਹਿੰਦਾ ਮੇਰੀ ਚ ਫਸਿਆ। ਮਰਜ਼ ਕਹਿੰਦੇ ਫਿਰ ਖੀਰ ਨੂੰ ਤੈਨੂੰ ਪਛਤਾਉਣਾ ਪਏਗਾ। ਪਾਪੀ ਜੀ ਜਿਹੜਾ ਲੋਭ ਕਰਦਾ ਹੈ ਆਜ ਕਾਲ ਉੱਠ ਜਾਏਗਾ। ਪਾਪੀ ਜੀ ਜਿਹੜਾ ਲੋਭ ਕਰਦਾ ਹੈ ਅੱਜ ਕੱਲ ਨੂੰ ਤੁਰ ਜਾਣਾ। ਲਾਲਚ ਲਾ ਕੇ ਜੜ ਪਵਾਇਆ ਮਾਇਆ ਭਰਮ ਭੁਲਾਏਗਾ। ਲਾਲਚ ਚ ਜੜ ਪਵਾਇਆ ਮਾਇਆ ਦੇ ਪਿੱਛੇ ਲੱਗਾ, ਭਰਮ ਚ ਪੈ ਗਿਆ। ਰਾਮ ਭਜਨ ਉਹ ਜਿਸ ਵਾਸਤੇ ਆਇਆ, ਦਇਆ ਨਹੀਂ ਕੀਤੀ ਤਾਂ ਮੁਖ ਝੋਟਾ ਖਾਏਗਾ। ਕਹਿੰਦੇ ਫਿਰ ਤੇ ਝੋਟਾ ਹੀ ਖਾਏਗਾ। ਜਦੋਂ ਰਾਮ ਭਜਨ ਦਇਆ ਲੇਕਿਨ ਗੁਰੂ ਤੇਗ ਬਹਾਦਰ ਸਾਹਿਬਾਨ ਕਹਿੰਦੇ ਹਰ ਦਾ ਸਵੇ ਬਣਾ ਗਾਏ ਨੇ ਜੋ ਸਕੀ ਹੈ ਤੇਰੋ। ਜਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੈ ਜੈ ਬੰਤੀ ਰਾਗ ਵਿੱਚ ਸ਼ਬਦ ਹੈ, ਬੀਤ ਜਹ ਜਨਮ ਆਕਾਜ ਨੇ ਨਿਸ ਦੇਣ ਸੁਣ ਕੇ ਪੁਰਾਣ ਸਮਝਤ ਮਹਿ ਰੇ ਅਜਾਨ ਕਾਲ ਤੋਂ ਪਹੁੰਚਿਓ ਆਨ ਕਹਾਂ ਜਹ ਭਾਜਰੇ ਬਿਨ ਭੱਜ ਕੇ ਨਹੀਂ ਬਚ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਕਾਂਤੀ ਮਾਤ ਪਿਤਾ ਸੁਤ ਬਣਤਾ ਕੋ ਕਾਹੂ ਕੋ ਭਾਈ ਤਰਨ ਛੂਟੇ ਕਸ ਸੰਗ ਨਾ ਚਾਲੇ ਕਹਾਂ ਕਾਹੀ ਲੁਟਾਈ। ਸਰੀਰ ਛੱਡੇਗਾ ਨਾਲ ਕੁਝ ਨਹੀਂ ਜਾਣਾ, ਲੱਭਿਆ ਕਿਉਂ ਹੈ ਫਿਰ ਪਛਤਾਏਗਾ। ਹੁਣ ਤੇਰੇ ਕੋਲ ਸਮਾਂ ਹੈ, ਹੁਣ ਤੇ ਬੈਠ ਬਣ ਬਾਣੀਆਂ ਚ ਚੇਤਨਾ ਦਾ ਝੂਠੇ ਮਾਣ ਕਹਾ ਕਦੇ। ਝੂਠੀ ਚੀਜ਼ ਦਾ ਮਾਣ ਕੀ ਕਰਦਾ ਹੈ, ਜਿਹੜੀ ਤੇਰੀ ਹੈ ਹੀ ਨਹੀਂ ਉਹਦਾ ਮਾਣ ਕਰਦਾ। ਕਈ ਵਾਰੀ ਨਾ ਕਿਸੇ ਕੋਲ ਪਦਵੀ ਹੈ, ਉਹ ਆ ਗਈ ਤੇ ਚਲੀ ਗਈ, ਪਦਵੀ ਨਹੀਂ ਰਹੀ, ਉਸ ਪਦਵੀ ਦਾ ਮਾਣ ਕੋਈ ਸਾਰੀ ਜ਼ਿੰਦਗੀ ਰਹਿੰਦਾ ਹੈ। ਉਹ ਫਿਰ ਐਕਸ ਲਾਉਂਦਾ ਆਪਣੇ ਪਿੱਛੇ। ਇਹ ਨਹੀਂ ਹੈਗਾ ਵੀ ਆਈ ਸੀ ਚਲੀ ਗਈ ਛੱਡ ਦਿਓ ਉਹਨੂੰ ਜੀ। ਉਹ ਇਹਨਾਂ ਉਹ ਪਿੱਛੇ ਦੇ ਇੱਕ ਮੰਤਰੀ ਨੇ ਐਮਐਲਏ ਖੜਿਆ, ਉਹ ਵੈਸੇ ਹੀ ਤੇ ਉਹ ਹਾਰ ਗਿਆ। ਖੜਿਆ ਸੀ ਪਹਿਲਾਂ ਨਹੀਂ ਸੀ ਕਦੇ ਬਣਿਆ, ਤੇ ਉਹਨੇ ਆਪਣੇ ਘਰ ਦੇ ਅੱਗੇ ਪਲੇਟ ਲਵਾਈ ਵੀ ਐਮਐਲਏ ਫਲਾਣਾ ਸਿੰਘ। ਤੇ ਪੱਤਰਕਾਰ ਪਹੁੰਚੇ, ਕਹਿੰਦੇ ਤੁਸੀਂ ਤੇ ਬਣੇ ਨਹੀਂ ਐਮਐਲਏ। ਕਹਿੰਦਾ ਨਹੀਂ ਮੈਂ ਐਮਐਲਏ ਖੜਾ ਤੇ ਹੈ ਹੀ ਨਾ। ਵੀ ਉਹ ਬੰਦਾ ਜਿਹੜੀ ਚੀਜ਼ ਹੈ ਹੀ ਨਹੀਂ ਉਹਦਾ ਮਾਣ ਕਰ ਲੈਂਦਾ ਹੈ। ਚੀਜ਼ ਹੈ ਨਹੀਂ ਉਹਦਾ ਮਾਣ। ਮਹਾਰਾਜ ਇਹੀ ਤੇ ਗੱਲ ਕਹਿੰਦੇ ਸੰਸਾਰ ਤੇਰਾ ਨਹੀਂ ਹੈ ਜਿਹਦਾ ਮਾਣ ਕਰੀ ਬੈਠਾ। ਜਿਹੜੀ ਚੀਜ਼ ਤੇਰੀ ਨਹੀਂ ਉਹਦਾ ਮਾਣ ਵੀ ਕਰਦਾ ਹੈ। ਝੂਠੇ ਮਾਣ ਕਹਾਂ ਕਰੇ ਜਗ ਸੁਪਨੇ, ਸੰਸਾਰ ਸੁਪਨੇ ਨੂੰ ਕਦਾ। ਸੁਪਨਾ ਕੀ ਹੈ? ਝੂਠ। ਆਪ ਨੂੰ ਆਉਂਦਾ ਹੀ ਹੋਏਗਾ ਸੁਪਨਾ ਕਿ ਸੱਚ ਸੀ, ਬਿਲਕੁਲ ਨਹੀਂ, ਝੂਠ ਹੈ। ਸੰਸਾਰ ਵੀ ਝੂਠ ਹੈ। ਪਰ ਇਹਨੇ ਬਹੁਤ ਜਗ੍ਹਾ ਤੇ ਇਹ ਗੱਲ, ਇਹ ਭੋਗ ਦੇ ਸਲੋਕਾਂ 'ਚ ਦੋ ਗੱਲਾਂ ਮਹਾਰਾਜ ਨੇ ਕਹੀਆਂ। ਇੱਕ ਜਗ ਝੂਠ ਹੈ, ਇੱਕ ਮਹਾਰਾਜ ਨੇ ਮਾਇਆ ਦੀ ਗੱਲ ਕੀਤੀ ਬਹੁਤ ਵਾਰ। ਅੱਗੇ ਜਾ ਕੇ ਆਪਾਂ ਪੜ੍ਹਨਾ ਵੀ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਤਿ। ਜਗਤ 'ਚ ਰਹਿੰਦਿਆ ਕਿੰਨੇ ਮਤਿ ਨੂੰ ਜਪਿਆ, ਝੂਠੇ ਸੰਸਾਰ 'ਚ ਰਹਿੰਦਾ। ਇੱਕ ਹੱਥ ਤੋਂ ਨਹੀਂ ਨਗਦੀ ਬਾਦਰ ਕੀ ਛਾਂ ਜਾਂ ਦਰਖਤ ਦੀ ਛਾਂ ਦੀ ਦਾਸ ਨੇ ਬਹੁਤ ਵਾਰੀ ਗੱਲ ਕੀਤੀ, ਉਹ ਝੂਠ ਹੈ, ਬਿਣਸ ਜਾਂਦੀ ਹੈ। ਸੰਸਾਰ ਇਸ ਤਰ੍ਹਾਂ ਹੀ ਹੈ। ਸੰਸਾਰ ਸ਼ੁਰੂ 'ਚ ਬਣਿਆ ਸੀ, ਹੁਣ ਉਹ ਜਿਹਾ ਵੀ ਜਿਹੋ ਜਿਹਾ ਬਣਿਆ ਸੀ, ਤੇ ਹੁਣ ਇਹਨੇ ਇਹੋ ਜਿਹਾ ਰਹਿਣਾ ਵੀ ਜਿਹੋ ਜਿਹਾ ਹੁਣ ਕਿਸੇ ਵਿੱਚ ਹੈ। ਜਿਹੋ ਜਿਹਾ ਹੋਣਾ ਇਸ ਤੋਂ ਬਾਅਦ ਸੰਸਾਰ ਇਹੋ ਜਿਹਾ ਨਹੀਂ ਰਹੇਗਾ। ਜੋ ਕੁਝ ਉਸ ਨੂੰ ਬਿਣਸ ਹੈ, ਪਰ ਉਹ ਅੱਜ ਕੇ ਕੱਲ ਜਿਹੜਾ ਪੈਦਾ ਹੋਇਆ ਅੱਜ ਕੱਲ ਨੂੰ ਤੁਰ ਜਾਂਦਾ ਹੈ। ਮਰਜ਼ ਕਹਿੰਦੇ ਮਾਣ ਕਾਹਦੇ ਕਰਦਾ, ਝੂਠਿਆ ਮਾਣ ਕਹਾਂ ਕਦੇ ਜਗ ਸੁਪਨੇ ਜੋ ਜਾਣ। ਇਨ ਮੈਂ ਕਾਸ਼ ਤੇਰੋ ਨਹੀਂ, ਸੰਸਾਰ ਤੋਂ ਤੇਰਾ ਕੁਝ ਵੀ ਨਹੀਂ। ਸਾਡਾ ਹੋਵੇ ਤਾਂ ਜੇ ਅਸੀਂ ਕਿਤੇ ਨਾਲ ਲੈ ਕੇ ਜਾਣਾ। ਆਪਾਂ ਨਾ
ਕਿਤੇ ਜਾਂਦੇ ਹੋ ਤੁਸੀਂ, ਕਿਤੇ ਸਰਾਂ 'ਚ ਰਾਤ ਕੱਟਦੇ ਹੋ, ਵਿਦੇਸ਼ ਹੀ ਕੋਈ ਰਹਿੰਦਾ ਹੈ, ਜਿਹੜੀ ਉਹਦੀ ਚੀਜ਼ ਆਪਣੀ ਹੁੰਦੀ ਨਾ, ਉਹ ਇੱਧਰੋਂ ਆਪਣੀ ਚੀਜ਼ ਉੱਧਰ ਲੈ ਜਾਂਦਾ, ਉੱਧਰੋਂ ਆਪਣੀ ਚੀਜ਼ ਇੱਧਰ ਲਿਆਉਂਦਾ ਹੈ, ਬਗਾਨੀ ਚੀਜ਼ ਨਹੀਂ ਲਿਆਂਦੀ ਜਾਂਦੀ। ਅਸੀਂ ਕਿਤੇ ਰੂਮ 'ਚ ਤੁਸੀਂ ਰਾਤ ਠਹਿਰੇ ਹੋ, ਉਹ ਆਪਣਾ ਬੁਰਸ਼ ਲੈ ਕੇ ਉਹ ਗਏ, ਤੁਸੀਂ ਪੇਸਟ ਲੈ ਕੇ ਗਏ, ਤੁਸੀਂ ਆਪਣਾ ਸਾਬਣ ਵਰਤਿਆ ਉੱਥੇ, ਉਹਨੂੰ ਫਿਰ ਉਹਨੂੰ ਪੈਕ ਕਰੋ ਕਿ ਇਹ ਦੇ ਨੂੰ ਮੈਂ ਲੈ ਕੇ ਜਾਣਾ, ਉਹ ਦੁਨਿਆਵੀ ਬੋਲਦੇ ਆ। ਸੰਸਾਰ ਤੋਂ ਦੱਸੋ ਕਿਹੜੀ ਚੀਜ਼ ਅਸੀਂ ਨਾਲ ਲੈ ਕੇ ਜਾਵਾਂਗੇ? ਹੈ ਕੋਈ ਚੀਜ਼ ਜਿਹੜੀ ਮੁੱਖ ਦੇ ਨਾਲ ਜਾਂਦੀ ਹੋ? ਇਹ ਸਭ ਨੂੰ ਪਤਾ ਹੈ ਇਸ ਗੱਲ ਦਾ ਸਾਰਿਆਂ ਨੂੰ। ਕੁਝ ਵੀ ਨਹੀਂ, ਨਾਗੇ ਮਾਪੂ ਦਿਏ ਗਏ ਜਿੰਨ ਕੇ ਲੱਖ ਕਰੋੜ, ਲੱਖਾਂ ਕਰੋੜਾਂ ਦੇ ਨੰਗੇ ਪੈਰੀ ਜਾਂਦੀ, ਕੁਛ ਨਹੀਂ ਜਾਂਦਾ ਨਾਲ। ਤੇ ਫਿਰ ਝੂਠੀ ਜਿਹੜੀ ਚੀਜ਼ ਲਿਜਾਣੀ ਨਹੀਂ, ਉਹ ਸਾਡੀ ਹੈ ਹੀ ਨਹੀਂ ਹੈ, ਉਹ ਪਰਾਈ ਹੈ। ਪਰਾਈ ਦਾ ਮਤਲਬ ਉਹ ਕਿਸੇ ਦੀ ਵੀ ਨਹੀਂ ਹੈ। ਇੱਕ ਤਾਂ ਹੁੰਦਾ ਵੀ ਆਪਾਂ ਕਈ ਵਾਰੀ ਵੰਡੀਆਂ ਪਾਈਆਂ, ਦੋ ਭਰਾ ਨੇ ਜ਼ਮੀਨ, ਆ ਤੇਰੀ ਤੇ ਆ ਮੇਰੀ, ਅਸਲ ਵਿੱਚ ਉਹਦੀ ਵੀ ਨਹੀਂ ਹੈ, ਮੇਰੀ ਵੀ ਨਹੀਂ ਹੈ। ਇਹ ਗੱਲ ਦੀ ਸਮਝ ਨਹੀਂ ਸਾਨੂੰ। ਹਾਂ, ਯੂਜ਼ ਅਸੀਂ ਵਰਤਦੇ ਹਾਂ ਉਸ ਨੂੰ, ਹੈ ਰੱਬ ਦਾ ਹੀ ਸਭ ਕੁਝ। ਮੇਰਾ ਉਜ਼ਮ ਹੈ ਕਿਛ ਨਹੀਂ, ਜੋ ਕਿਛ ਹੈ ਸੋ ਰੱਬ ਦਾ ਹੀ ਹੈ। ਵਰਤਦੇ ਜ਼ਰੂਰ ਹੈ ਅਸੀਂ, ਸਾਡਾ ਨਹੀਂ, ਕੁਝ ਵੀ ਸਾਡਾ ਨਹੀਂ ਹੈ। ਹਾਂ, ਯੂਜ਼ ਕੀਤਾ ਅਸੀਂ ਉਹਨੂੰ, ਵਰਤਿਆ ਜ਼ਰੂਰ ਨਾ। ਸਰੀਰ ਸਾਡਾ ਨਾ ਤਾਨ, ਨਾ ਕੁਝ ਵੀ, ਉਹ ਵਰਤੋਂ ਵਾਸਤੇ ਰੱਬ ਨੇ ਪੈਦਾ ਕੀਤਾ ਸਭ ਕੁਝ। ਦੱਸ ਨੇ ਪਹਿਲਾਂ ਬੇਟੀ ਸਰਾਂ ਆ, ਉਹਨਾਂ ਨੇ ਸਹੂਲਤਾਂ ਵਾਸਤੇ ਸਾਨੂੰ ਬਹੁਤ ਕੁਝ ਕਮਰੇ 'ਚ ਜ਼ਰੂਰ ਦਿੱਤਾ, ਉਹ ਸਾਡਾ ਨਹੀਂ ਵਰਤਿਆ, ਸੀ ਛੱਡ ਕੇ ਚਲੇ ਗਏ। ਇਸ ਤਰ੍ਹਾਂ ਅਸੀਂ ਨਾ ਟ੍ਰੇਨ ਪਲੇਨ 'ਚ ਕੋਈ ਸਫ਼ਰ ਕਰਦਾ ਹੈ, ਉਹਨੂੰ ਆਪਣਾ ਨਹੀਂ ਸਮਝਦਾ, ਉੱਥੇ ਮਿੱਤਰ ਵੀ ਬਣਦੇ ਆ। ਉਹ ਕਈ ਵਾਰੀ ਟ੍ਰੇਨ ਪਲੇਨ ਦੇ ਮਿੱਤਰ ਨਾ ਸਾਰੀ ਜ਼ਿੰਦਗੀ ਸਾਥ ਨਿਭ ਜਾਂਦੇ ਆ, ਰਿਸ਼ਤੇਦਾਰੀ ਕਈ ਵਾਰੀ ਟੁੱਟ ਜਾਂਦੀ ਹੈ, ਉਹ ਮਿੱਤਰ ਦੇ ਜਨਾਨਿਆਂ ਦੇ। ਅਸੀਂ ਕਿਤੇ ਮੰਨ ਲਓ ਵੀ ਟ੍ਰੇਨ 'ਚ ਹਜ਼ੂਰ ਸਾਹਿਬ ਜਾਂਦੇ ਹੋ, ਤੁਹਾਨੂੰ ਕੋਈ ਸਾਥੀ ਮਿਲ ਜਾਂਦਾ ਹੈ, ਉਹ ਸਾਥੀ ਉੱਥੇ ਵਿਛੜਦਾ ਹੈ ਨਾ, ਤੁਹਾਨੂੰ ਕੋਈ ਦੁੱਖ ਨਹੀਂ ਹੁੰਦਾ। ਤੁਸੀਂ ਪਹਿਲਾਂ ਹੀ ਤੁਹਾਡੇ ਮਨ 'ਚ ਸੀ ਕਿ ਉੱਥੋਂ ਭਾਈ ਆਪਣੇ ਆਪਣੇ ਘਰ ਤੋਂ ਚਲੇ ਹੀ ਜਾਣਾ, ਅਸੀਂ ਦੱਸਦੇ ਰਾਹ ਵੀ ਉੱਥੇ ਤੇ ਫਿਰ ਜਾਣਾ, ਉਹ ਤੁਸੀਂ ਪਹਿਲਾਂ ਹੀ ਸਮਝ ਲਿਆ ਵੀ ਇਹਨੇ ਵਿਛੜਨਾ, ਉਹਦਾ ਕੋਈ ਦੁੱਖ ਨਹੀਂ ਹੈ। ਦੁੱਖ ਸਾਨੂੰ ਉਸ ਚੀਜ਼ ਦਾ ਲੱਗਦਾ ਜਿਹਦੇ ਵਿਛੜਨ ਬਾਰੇ ਅਸੀਂ ਨਹੀਂ ਸੋਚਦੇ ਹਾਂ। ਦੁੱਖ ਉਹ ਦੁੱਖ ਨਹੀਂ ਲੱਗਾ ਜੋ ਟ੍ਰੇਨ 'ਚ ਬੈਠੇ ਅਸੀਂ ਵੀ ਇਹਨਾਂ ਨੇ ਚਲੇ ਜਾਣਾ ਭਾਈ, ਉੱਥੋਂ ਤੱਕ ਦਾ ਹੀ ਸਾਡਾ ਸਫ਼ਰ ਹੈ। ਤੇ ਜਦੋਂ ਪਰਿਵਾਰ 'ਚੋਂ ਕੋਈ ਵਿਛੜਦਾ ਬਹੁਤ, ਉਸ ਬਾਰੇ ਨਹੀਂ ਅਸੀਂ ਸੋਚਦੇ ਵੀ ਅਸੀਂ ਸਫ਼ਰ 'ਚ ਹੈ ਤੇ ਅੱਜ ਮਿਲੇ ਹੈ ਤੇ ਕੱਲ੍ਹ ਨੂੰ ਅਸੀਂ ਵਿਛੜਨਾ ਵੀ ਹੈ। ਜਦੋਂ ਫਿਰ ਵਿਛੋੜਾ ਪੈਂਦਾ ਫਿਰ ਬੜਾ ਦੁੱਖ, ਉਹ ਭਾਵੇਂ ਧਨ ਹੋਵੇ, ਪ੍ਰਭਾਤ ਹੋਵੇ, ਜਾਂ ਜ਼ਮੀਨ ਹੋਵੇ, ਜਾਂ ਕੁਝ ਵੀ ਚੀਜ਼ ਹੋਵੇ, ਜਦੋਂ ਸਾਡੇ ਤੋਂ ਦੂਰ ਹੁੰਦੀ ਫਿਰ ਉਹ ਦੁੱਖ ਦਿੰਦੀ ਹੈ, ਕਿਉਂਕਿ ਉਹਦੇ ਬਾਰੇ ਸੋਚਿਆ ਹੀ ਨਹੀਂ ਸੀ ਕਿ ਜਾ ਸਕਦੀ ਹੈ, ਕਦੇ ਵੀ ਨਹੀਂ ਸੋਚਦਾ ਬੰਦਾ। ਮਰਦ ਕਹਿੰਦੇ ਸਾਡਾ ਕੁਝ ਨਹੀਂ ਅਸੀਂ ਨਾਲ ਹੀ ਲੈ ਕੇ ਆਏ ਸਾਂ। ਹੁਣ ਉਹ ਤਾਂ ਜਾਂਦਾ ਚੀਜ਼ ਨਾਲ ਜੇ ਲੈ ਕੇ ਆਉਂਦਾ, ਆਪਾਂ ਕਿਤੇ ਕੋਈ ਚੀਜ਼ ਲੈ ਕੇ ਗਏ ਵਾਪਸ ਵੀ ਲੈ ਆਏ, ਅਸੀਂ ਲਿਆਂਦਾ ਕੁਝ ਨਹੀਂ, ਇਸ ਕਰਕੇ ਜਾਣਾ ਵੀ ਕੁਝ ਨਹੀਂ ਸਾਡੇ ਨਾਲ। ਹਾਂ, ਬਹੁਤ ਵਾਰੀ ਅਸੀਂ ਵਿਚਾਰ ਕੀਤੀ, ਕੁਝ ਨਹੀਂ ਨਾਲ ਲੈ ਕੇ। ਮਰਦ ਕਹਿੰਦੇ ਕਿ ਬਹੁਤ ਕੀਮਤੀ ਚੀਜ਼ ਤੈਨੂੰ ਪੈਸੇ ਲੱਗ ਜਾਣਗੇ, ਉਹ ਸੁਵਾਸ ਸਾਂ, ਉਹ ਤੇਰੇ ਕੋਲ ਉੱਪਰ ਸੀ, ਬੜੀ ਕੀਮਤੀ ਚੀਜ਼ ਹੈ। ਦੋਵੇਂ ਚੀਜ਼ਾਂ, ਸਮਾਂ ਔਰ ਸੁਵਾਸ, ਇਹਨਾਂ ਦੀ ਕੋਈ ਕੀਮਤ ਨਹੀਂ ਜੇ ਪਾ ਸਕਦਾ। ਸਾਰੀ ਜ਼ਿੰਦਗੀ ਮਨੁੱਖ ਅਰਬਾਂ ਰੁਪਈਆ ਇਕੱਠਾ ਕਰਨ ਲਈ ਡਾਕਟਰ ਦੇ ਟੇਬਲ ਤੇ ਰੱਖਦੇ ਨੇ, ਜਾ ਕੇ ਡਾਕਟਰ ਸਾਹਿਬ ਬੈਠੇ ਹੀ ਸਿਆਣੇ ਆ, ਇਹ ਕਹਿ ਦਿੰਦੇ ਨਹੀਂ ਜੀ ਹੁਣ ਨਹੀਂ, ਹੁਣ ਬਸ। ਡਾਕਟਰ ਵੀ ਕਹਿੰਦੇ ਨਹੀਂ, ਉਹ ਇਹਦਾ ਮਤਲਬ ਕੋਈ ਕੰਮ ਨਹੀਂ ਫਿਰ ਆਇਆ, ਕੁਝ ਨਹੀਂ ਆਇਆ ਕੰਮ। ਸਾਰੀ ਅਰਬਾਂ ਰੁਪਈਆ ਰੱਖ ਨਾਲ ਨਹੀਂ ਜਾਣਾ, ਕਿਉਂਕਿ ਅਸੀਂ ਨਾਲ ਲਿਆਂਦਾ ਨਹੀਂ ਸੀ। ਸਮਾਂ ਤੇ ਸੁਵਾਸ ਕਿਸੇ ਨੂੰ ਕੋਈ ਮੁੱਲ ਨਹੀਂ ਦੇ ਸਕਦਾ, ਇਹਨਾਂ ਦੀ ਬੇਸ਼ੁਮਾਰ ਕੀਮਤ ਹੈ। ਕਿਸੇ ਨੂੰ ਕਹਿ ਦਿਓ ਜੀ ਇੱਕ ਦੇਣੇ ਨੂੰ ਹੋਰ ਦੇ ਦਿਓ, ਇੰਨੇ ਪੈਸੇ, ਇੰਨੇ ਸੁਵਾਸ ਹੋਰ ਦੇ ਦਿਓ, ਇੰਨੇ ਪੈਸੇ, ਕਹੇਗਾ ਨਹੀਂ ਇਹ ਹੁਣ ਨਹੀਂ। ਇਹ ਰੱਬ ਨੇ ਦੋ ਚੀਜ਼ਾਂ ਸਾਨੂੰ ਦੇ ਕੇ ਭੇਜੀਆਂ, ਸੁਵਾਸ ਤੇ ਸਮਾਂ। ਹੈ ਗਿਣਤੀ ਦੇ ਅੰਦਰ ਨੇ ਵੀ, ਮਰਦ ਕਹਿੰਦੇ ਘਾਲੇ ਸਭ ਦਿਵਸ ਸਾਸ, ਦਿਨ ਤੇ ਸੁਵਾਸ ਰੱਬ ਨੇ ਗਿਣਤੀ ਦੇ ਲਿਖ ਕੇ ਦਿੱਤੇ ਨੇ। ਹੈ ਬੜਾ ਘਟਦਾ, ਇਹਦੇ 'ਚ ਵਾਧਾ ਘਾਟਾ ਬਿਲਕੁਲ ਨਹੀਂ ਜੀ ਹੋਣਾ। ਮਹਾਰਾਜ ਕਿੰਨਾ ਕਹਿੰਦੇ ਤੇਲ ਸਾਲ, ਤੇਲ ਜਿੰਨਾ ਵੀ ਅੱਗਾ ਪਿੱਛਾ ਨਹੀਂ ਹੋਣਾ। ਇਹਨਾਂ ਨੂੰ ਸਾਂਭਣਾ ਚਾਹੀਦਾ, ਜਿਹੜੀ ਕੀਮਤੀ ਚੀਜ਼ ਹੋਵੇ ਨਾ ਉਹਨੂੰ ਸਾਂਭਣਾ। ਆਪਾਂ ਕੱਚ ਟੁੱਟ ਜਾਂਦਾ ਕਦੇ, ਬਾਹਰ ਸੁੱਟ ਦਿੰਦੇ ਹਾਂ, ਉਹ ਫਾਲਤੂ ਰੱਦੀ 'ਚ, ਜਾਂ ਕੋਈ ਕੱਚ ਲੈਣ ਵਾਲਾ ਹੁੰਦਾ ਉਹਨੂੰ ਬੀਬੀਆਂ ਦੇ ਦਿੰਦੀਆਂ, ਭਾਈ ਆ ਤੁਸੀਂ ਕੱਚ ਲੈ ਜਾਓ। ਉਹ ਕੱਚ ਸੀ ਤਾਂ ਨਹੀਂ ਸਾਂਭਿਆ, ਸੋਨਾ ਕੋਈ ਤਰ੍ਹਾਂ ਬਾਹਰ ਸੁੱਟਦਾ ਹੈ, ਨਾ ਉਹਨੂੰ ਰੱਦੀ 'ਚ ਪਾਉਂਦਾ ਹੈ, ਉਹ ਕੀਮਤੀ ਹੈ, ਸਾਂਭ ਕੇ ਰੱਖਿਆ ਜਾਂਦਾ ਹੈ। ਦੋ ਚੀਜ਼ਾਂ ਦੀ ਸੰਭਾਲ ਕਰਨੀ ਚਾਹੀਦੀ, ਸਮੇਂ ਦੀ ਤੇ ਸੁਵਾਸਾਂ ਦੀ, ਉਹ ਅਸੀਂ ਕਰਦੇ ਨਹੀਂ ਹੈ। ਤੇ ਜਿਹੜੀ ਚੀਜ਼ ਸਾਡੇ ਨਾਲ ਨਹੀਂ ਜਾਣੀ, ਉਹ ਬਹੁਤ ਅਸੀਂ ਸਾਂਭ ਕੇ ਰੱਖਦੇ ਹਾਂ।
कई बार बजुर्ग होंगे ना, वो बच्चों को नहीं दसता किन्ने को पैसे है, साफ करके दवाई को नहीं लेंदा। कई बार अपने पुराने बजुर्गों का सुभाव से दवाई को नहीं लेंदे, पैसे नहीं जेब च, पैसे ट्रक च बह पेटी च दवाई नहीं, जो तुर जाते फिर वो बच्चे देखते हैरान भी हो जाते, कहते बापू ने इन्ने पैसे नहीं कोई गल कढ़े है नहीं होते जेब चो ना, ट्रक जो आप आग हो के चला गया, कहता नहीं पैसे की लाने जिधर जाना उधर में जाना ही। दो चीज़ां बड़ियां कीमती है, सवास ते समा, ये कभी नहीं मिलता। साढ़े जीवन तो जिन्ने साल लंघ गए है ना, जिन्ने सवास लंघ गए है, अज कितने 8 बजन वाले जिहड़ा उठण तो लैके 8 बजे तक का समय सानूं दोबारा जिंदगी च नहीं जो प्राप्त होना, जिन्हें 3 घंटे असीं उठण तो बाद जिहड़े बतीत कर चुके 4, ये कदे किसी कीमत ते समा सानूं दोबारा नहीं मिलना है, किसी भी कीमत ते। जिहड़े सवास असीं सवेर तो लैके जां सुत्तिआं बिरथ पा चुके हैं, वो सवास भी सानूं नहीं मिलना। जिहड़ी चीज़ नाल नहीं जानी उन्होंने तो मुड़ो के संभाल के रख लै, वो तो जान तो बाद ही पता लगती भी बापू कोल ब्याह भी कोई सी, जिहड़ी नाल जानी उन्होंने संभालता ही नहीं है। रैन गवाई सोए गए, दिवस गवाया खाए, हीरे जैसा जन्म है कौडी बदले जाए। कौडियां कट्ठियां करता है, हीरे जैसा जन्म कौडी की तरह रोक देता है। कौडियां कट्ठियां धन से कट्ठा तिजोरियां च सामभ्या, बैंकों च सामभ्या, सवास सामभते हैं कभी, समा सामभ्या कभी, काउंट करनी चाहिए शाम को। अज कितना तो जपदियां दिन लगे, इन्ने 24 घंटे रब ने दिते, 24 घंटे जो सुता कितना को, बाणी कितनी को पढ़ी, सिमरन कितना किया, धरना कितना किया, रात को काउंट करनी चाहिए। तो धर्म वाला पासा साडा ज़्यादा ही होना चाहिए। 24 घंटिया चो चलो 8-7 घंटे सोना भी जरूरी है। साड़ी 40 साल किसी की उम्र है, 20 साल सौ के नहीं लगाने असीं, 20 साल साढ़े सुत्तियां दिन ते रात को मिला के अद्धा टाइम बंदा सुनता है। मर्ज कहते समा बे जिहड़ा संभालनी सी चीज़ वो संभाली नहीं, जिहड़ी नाल नहीं सी जानी उन्होंने तिजोरियां च बंद करके रख देना, उन्होंने तो बहुत संभालिया। जिहड़ी नाल नहीं जानी उत्थे ही पई रहिंदी जिथे पई रहिंदी। ਉਹਦੇ बाद फिर कागज वेखते हैं, कहते होंगे ही बीमा कराया, कहते होंगे फिर कागज फरोलते की कुछ निकलता, फिर बाद च बड़ा कुछ निकलता है बंदे के जान तो बाद। कितने कितनी किस्तां तारदा है, कितनियां कमेटियां पाइयां ने, कितने कितने विचरदा जी, फिर सारा कुछ खोलिया जाता है बंदे के जान तो बाद। जिहड़ी चीज़ संभालनी सी वो संभाली कोई नहीं। ये सानूं दोबारा महाराज कहते झूठे मान कहाँ करें जग सुपने जो जन